ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਬਾਬਾ ਨੰਦ ਸਿੰਘ ਹੋਣਾ ਦੇ ਜੀਵਨ ਪ੍ਰਸੰਗ ਦੀ ਜੋ ਅਗਲੀ ਕਥਾ ਵਿਚਾਰ ਹੈ ਉਹ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਇੱਕ ਵਾਰ ਨਾ ਬਾਬਾ ਜੀ ਦੀਵਾਨ 'ਚ ਬੈਠੇ ਸੀਗੇ ਤੇ ਬਾਬਾ ਜੀ ਨੇ ਨਾ ਯਕਦਮ ਹੀ ਜਿਹੜਾ ਸੀਗਾ ਆਪਣੇ ਮੁਖਾਰਬੰਦ ਦਾ ਜੋ ਫੁਰਨਾ ਅੰਦਰੋਂ ਸੰਕਲਪ ਉੱਠਿਆ ਉਹ ਸਾਰੀ ਸੰਗਤ ਨਾਲ ਸਾਂਝਾ ਕੀਤਾ। ਬਾਬਾ ਜੀ ਕਹਿਣ ਲੱਗੇ ਕਿ ਅੱਜ ਕੱਲ੍ਹ ਹੈ ਨਾ ਸ੍ਰੀ ਤਰਨ ਸਾਹਿਬ ਦੀ ਜਿਹੜੀ ਹੈ ਨਾ ਕਾਰ ਸੇਵਾ ਚੱਲ ਰਹੀ ਆ। ਸੋ ਆਪਣਾ ਚਿੱਤ ਕਰਦਾ ਕਿ ਉਸ ਕਾਰ ਸੇਵਾ ਵਿੱਚ ਜਾ ਕੇ ਹੈ ਨਾ ਆਪਣਾ ਥੋੜ੍ਹਾ ਬਹੁਤ ਜਿਹੜਾ ਸੇਵਾ ਦਾ ਯੋਗਦਾਨ ਜ਼ਰੂਰ ਪਾਈਏ। ਸੋ ਉਹਨਾਂ ਦਾ ਵਿਚਾਰ ਸੁਣ ਕੇ ਬਾਕੀ ਵੀ ਜਿਹੜੀ ਪ੍ਰੇਮੀ ਸੰਗਤ ਸੀਗੀ ਬੜੀ ਖੁਸ਼ ਹੋਈ। ਉਹ ਬਾਬਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਜਦੋਂ ਜਾਣਾ ਹੈ ਨਾ ਤਾਂ ਸਾਨੂੰ ਨਾਲ ਲੈ ਕੇ ਜਾਇਓ। ਸੋ ਉਹਨਾਂ ਦੇ ਕਹਿਣ ਦੇ ਉੱਤੇ ਹੈ ਨਾ ਫਿਰ ਬਾਬਾ ਜੀ ਜਿਹੜੇ ਸੀਗੇ ਸੰਗਤ ਦੇ ਕੁਛ ਪ੍ਰੇਮੀ ਨਾਲ ਲੈ ਕੇ ਫਿਰ ਤਰਨ ਸਾਹਿਬ ਪਹੁੰਚੇ ਆ। ਜਦ ਤਰਨ ਸਾਹਿਬ ਪਹੁੰਚੇ ਆ ਉਸ ਕਾਰ ਸੇਵਾ ਨੂੰ ਨਾ ਸੰਤ ਬਾਬਾ ਗੁਰਮੁਖ ਸਿੰਘ ਜੀ ਜਿਹੜੇ ਸੀਗੇ ਉਹ ਮੁਖੀ ਵਜੋਂ ਸੇਵਾ ਦੇ ਵਿੱਚ ਜਿਹੜੀ ਸੀ ਉਹ ਆਪਣਾ ਯੋਗਦਾਨ ਪਾ ਰਹੇ ਸੀ। ਅਤੇ ਇੱਥੇ ਹੈ ਨਾ ਫਿਰ ਬਾਬਾ ਜੀ ਨੇ ਇਸ ਸੇਵਾ ਦੇ ਵਿੱਚ ਆਪ ਆਪਣਾ ਜਿਹੜਾ ਉਹ ਯੋਗਦਾਨ ਸੀਗਾ, ਚਾਹੇ ਉਹ ਸੇਵਾ ਦੇ ਵਿੱਚ ਸਰੀਰਕ ਸੀਗਾ, ਟੋਕਰੀ ਆਪ ਚੱਕ ਕੇ ਬਾਬਾ ਨੰਦ ਸਿੰਘ ਹੋਣੀ ਇਸ ਸੇਵਾ ਦੇ ਵਿੱਚ ਜਿਹੜੇ ਸੀਗੇ ਉਹ ਆਪਣਾ ਯੋਗਦਾਨ ਪਾਇਆ। ਉਸ ਤੋਂ ਬਾਅਦ ਫਿਰ ਜਿਹੜੇ ਨਾਲ ਦੇ ਪ੍ਰੇਮੀ ਸੀ ਉਹਨਾਂ ਨੇ ਵੀ ਯੋਗਦਾਨ ਪਾਇਆ ਹੈਗਾ। ਇਸ ਤਰ੍ਹਾਂ ਕਰਦੇ ਕਰਦੇ ਇਹ ਸੇਵਾ ਦੇ ਵਿੱਚ ਬੜਾ ਹੀ ਹੈ ਨਾ ਸੁਖਦਾਇਕ ਜਿਹੜਾ ਆਨੰਦ ਉਹਨਾਂ ਸਮਿਆਂ ਦੇ ਵਿੱਚ ਬਣਿਆ। ਜਦ ਸ਼ਾਮ ਹੁੰਦੀ ਤਾਂ ਬਾਬਾ ਜੀ ਫਿਰ ਜੁੜਦੇ ਹੈ ਸੰਗਤ ਦੇ ਵਿੱਚ, ਫਿਰ ਕੀਰਤਨ ਵੀ ਹੁੰਦਾ, ਸੰਗਤ ਬੜੀ ਜੁੜਦੀ ਆ। ਅਤੇ ਇਸ ਤਰ੍ਹਾਂ ਨਾ ਬਾਬਾ ਗੁਰਮੁਖ ਸਿੰਘ ਵੀ ਜਿਹੜੇ ਹਨ ਉਹ ਸੰਤ ਬਾਬਾ ਨੰਦ ਸਿੰਘ ਹੋਣਾ ਕੋਲ ਆ ਕੇ ਬੈਠ ਕੇ ਕੀਰਤਨ ਦਾ ਆਨੰਦ ਮਾਣਦੇ ਆ। ਅਤੇ ਇੱਕ ਦਿਨ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਨਾ ਸੰਤ ਬਾਬਾ ਗੁਰਮੁਖ ਸਿੰਘ ਹੋਣਾ ਨੂੰ ਆਖਿਆ, ਕਹਿਣ ਲੱਗੇ ਕਿ ਜਦੋਂ ਸੰਗਤ ਦੇ ਵਿੱਚ ਆ ਕੇ ਬਹੀਏ ਕੁਛ ਕਹੀਏ, ਇਸ ਕਰਕੇ ਤੁਸੀਂ ਕੋਈ ਆਪਣੇ ਮਨ ਦਾ ਕੋਈ ਵਿਚਾਰ ਜਿਹੜਾ ਹੈ ਨਾ ਉਹ ਸਾਡੇ ਨਾਲ ਸਾਂਝਾ ਕਰ ਲਓ। ਜਦ ਇਹ ਜਿਹੜਾ ਇਸ਼ਾਰਾ ਸੀਗਾ ਬਾਬਾ ਨੰਦ ਸਿੰਘ ਹੋਣਾ ਨੇ ਬਾਬਾ ਗੁਰਮੁਖ ਸਿੰਘ ਹੋਣਾ ਨੇ ਕੀਤਾ ਸੀ ਨਾ, ਅਤੇ ਫਿਰ ਬਾਬਾ ਗੁਰਮੁਖ ਸਿੰਘ ਹੋਣੀ ਮਹਾਂਪੁਰਖ ਨੂੰ ਕਹਿਣ ਲੱਗੇ ਜੀ ਬਸ ਮਨ ਦੇ ਵਿੱਚ ਇੱਕ ਨਾ ਪ੍ਰਸ਼ਨ ਜਿਹੜਾ ਹੈਗਾ ਮੇਰੇ ਮਨ 'ਚ ਉੱਠਦਾ ਕਿ ਸੇਵਾ ਤਾਂ ਅਸੀਂ ਜ਼ਰੂਰ ਕਰਦੇ ਹਾਂ, ਪਰ ਕਈ ਜਿਹੜੇ ਆਪਣੇ ਆਪ ਨੂੰ ਅਕਾਲੀ ਕਹਾਉਣ ਵਾਲੇ ਸਿੰਘ ਉਹ ਹੈਗੇ ਆ, ਉਹ ਸੇਵਾ ਦੇ ਵਿੱਚ ਅੜਿੱਕਾ ਡਾਉਂਦੇ ਆ। ਜਦ ਇਹ ਜਿਹੜੀ ਹੈ ਨਾ ਮਨ ਦੀ ਜੋ ਗੁੱਝੀ ਰਮਜ ਸੀਗੀ ਇਹ ਬਾਬਾ ਗੁਰਮੁਖ ਸਿੰਘ ਹੁਣਾ ਨੇ ਸੰਤ ਬਾਬਾ ਨੰਦ ਸਿੰਘ ਨਾਲ ਸਾਂਝੀ ਕੀਤੀ ਅਤੇ ਬਾਬਾ ਜੀ ਨੇ ਫਿਰ ਨਾ ਇਹ ਗੱਲ ਬੜੇ ਧਿਆਨ ਨਾਲ ਸੁਣੀ। ਉਸ ਤੋਂ ਬਾਅਦ ਸੰਤ ਬਾਬਾ ਨੰਦ ਸਿੰਘ ਹੁਣਾ ਨੇ ਆਪਣੀ ਜਿਹੜੀ ਇੱਕ ਸਿਮਰਨਾ ਸਿਆ ਨਾ ਉਹ ਸਿਮਰਨ ਦੀ ਜਿਹੜੀ ਮਾਲਾ ਸੀਗੀ ਉਹ ਸੰਤ ਬਾਬਾ ਗੁਰਮੁਖ ਸਿੰਘ ਦੇ ਹੱਥ ਦੇ ਵਿੱਚ ਫੜਾ ਦਿੱਤੀ ਅਤੇ ਕਹਿਣ ਲੱਗੇ, ਕਹਿੰਦੇ ਭਾਈ ਅੱਜ ਤੋਂ ਬਾਅਦ ਹੈ ਨਾ ਕੋਈ ਵੀ ਜਿਹੜਾ ਸਿੰਘ ਹੋਵੇ ਉਹ ਤੁਹਾਡੇ ਹੈ ਨਾ ਇਸ ਕਾਰ ਸੇਵਾ ਵਿੱਚ ਅੜਿੱਕਾ ਨਹੀਂ ਡਾਵੇਗਾ। ਉਸ ਤੋਂ ਬਾਅਦ ਦੇਖੋ ਫਿਰ ਸੰਤ ਬਾਬਾ ਗੁਰਮੁਖ ਸਿੰਘ ਹੁਣ ਜਿਹੜੇ ਸੀ ਹੋਰ ਅਸਥਾਨਾਂ ਦੀ ਜਿਹੜੀ ਸੇਵਾ ਸੀ ਉਹ ਨਿਰਵਿਘਨ ਚਲਾਉਂਦੇ ਰਹੇ ਆ। ਅਤੇ ਬਾਬਾ ਨੰਦ ਸਿੰਘ ਹੁਣੀ ਜਦ ਇਹ ਸੇਵਾ ਜਿਹੜੀ ਸੀ ਇਹਨੂੰ ਥੋੜ੍ਹਾ ਜਿਹਾ ਪੂਰਾ ਕਰਕੇ ਯੋਗਦਾਨ ਪਾ ਕੇ ਫਿਰ ਅੰਮ੍ਰਿਤਸਰ ਪਹੁੰਚੇ। ਜਦ ਅੰਮ੍ਰਿਤਸਰ ਪਹੁੰਚੇ ਆ ਅਤੇ ਇੱਥੇ ਹੈ ਨਾ ਬਾਬਾ ਜੀ ਦੇ ਦੋ ਸਿੰਘ ਸੀਗੇ ਜਿਹੜੇ ਬਾਬਾ ਜੀ ਨਾਲ ਬੜਾ ਪ੍ਰੇਮ ਕਰਦੇ ਸੀ। ਇੱਕ ਸੀਗੇ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਅਤੇ ਬਹਾਦਰ ਮੰਗਲ ਸਿੰਘ। ਇਹਨਾਂ ਨੂੰ ਪਤਾ ਲੱਗਾ ਹੈ ਨਾ ਵੀ ਬਾਬਾ ਜੀ ਇੱਥੇ ਤਰਨ ਸਾਹਿਬ ਸੇਵਾ 'ਤੇ ਆਏ ਆ। ਸੋ ਇਹ ਦਰਸ਼ਨ ਕਰਨ ਵਾਸਤੇ ਜਦ ਇੱਥੇ ਪਹੁੰਚੇ, ਪਰ ਇੱਥੇ ਤਰਨ ਸਾਹਿਬ ਤੋਂ ਸੰਗਤਾਂ ਤੋਂ ਪਤਾ ਲੱਗਾ ਕਿ ਬਾਬਾ ਜੀ ਤਾਂ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਚੱਲ ਗਏ ਆ। ਸੋ ਇਹ ਵੀ ਜਿਹੜੇ ਦੋਨੇ ਪ੍ਰੇਮੀ ਸੀਗੇ ਇਹ ਵੀ ਇੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਪਿੱਛੇ ਪਹੁੰਚੇ ਆ। ਪਰ ਇੱਥੋਂ ਬਾਬਾ ਜੀ ਜਿਹੜੇ ਸੀਗੇ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੇ ਸੀਗੇ ਅੱਗੇ ਜਿਹੜੇ ਸੀਗੇ ਉਹ ਹੋਰ ਅਸਥਾਨ ਵੱਲ ਚਲੇ ਗਏ। ਜਦ ਹੋਰ ਸਥਾਨ ਵੱਲ ਚਲੇ ਗਏ ਤਾਂ ਇਹ ਜਦ ਪ੍ਰੇਮੀ ਇੱਥੇ ਦਰਬਾਰ ਸਾਹਿਬ ਪਹੁੰਚੇ, ਪਰ ਇੱਥੋਂ ਪਤਾ ਲੱਗਾ ਕਿ ਬਾਬਾ ਜੀ ਤਾਂ ਇੱਥੇ ਦਰਬਾਰ ਸਾਹਿਬ ਤੋਂ ਕਿਸੇ ਹੋਰ ਪਾਸੇ ਚਲੇ ਗਏ ਆ। ਪਰ ਜਦ ਪਤਾ ਕੀਤਾ ਤਾਂ ਪਤਾ ਲੱਗਾ ਕਿ ਬਾਬਾ ਜੀ ਹੈ ਨਾ ਉਹ ਜਿਹੜੇ ਹੈਗੇ ਆ ਉਹ ਚਾਟੀਵਿੰਡ ਪਹੁੰਚੇ ਆ। ਚਾਟੀਵਿੰਡ ਪਹੁੰਚੇ ਆ ਅਤੇ ਫਿਰ ਇਹ ਜਿਹੜੇ ਦੋਨੇ ਸੱਜਣ ਸੀਗੇ ਇਹ ਚਾਟੀਵਿੰਡ ਬਾਬਾ ਜੀ ਦੇ ਪਿੱਛੇ ਜਿਹੜੇ ਸੀਗੇ ਉਹ ਪਹੁੰਚੇ। ਪਰ ਬਾਬਾ ਜੀ ਉੱਥੋਂ ਚਾਟੀਵਿੰਡ ਤੋਂ ਸੰਗਤਾਂ ਨੂੰ ਉਪਦੇਸ਼ ਦੇ ਕੇ ਮੁੜ ਕੇ ਫਿਰ ਅੰਮ੍ਰਿਤਸਰ ਘੰਟਾ ਘਰ ਪਹੁੰਚ ਗਏ। ਪਰ ਇੱਥੇ ਇਹ ਜਿਹੜੇ ਹੈ ਨਾ ਸੁੰਦਰ ਸਿੰਘ ਮਜੀਠੀਆ ਅਤੇ ਆਪਣੇ ਬਹਾਦਰ ਮੰਗਲ ਸਿੰਘ ਚਾਟੀਵਿੰਡ ਨੂੰ ਪਤਾ ਲੱਗਾ ਕਿ ਬਾਬਾ ਜੀ ਤਾਂ ਜਿਹੜੇ ਹੈਗੇ ਇੱਥੋਂ ਚਲੇ ਗਏ ਆ, ਕਿੱਧਰ ਗਏ ਇਹ ਨਹੀਂ ਪਤਾ ਲੱਗਾ। ਜਦ ਇੰਨੀ ਗੱਲ ਹੋਈ ਆ ਅਤੇ ਇਹਨਾਂ ਨੇ ਸੋਚਿਆ ਵੀ ਬੜੀ ਘੁੰਮਣ ਘੇਰੇ 'ਚ ਫਸ ਗਏ ਆ। ਪਰ ਬਾਬਾ ਜੀ ਜਿਹੜੇ ਹੈਗੇ ਆ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਜਿਹੜੇ ਹੈ ਉਹ ਮਿੰਟ 'ਚ ਚਲੇ ਜਾਂਦੇ ਆ। ਫਿਰ ਇਹ ਜਿਹੜੇ ਸੀਗੇ ਸੁੰਦਰ ਸਿੰਘ ਮਜੀਠੀਆ ਅਤੇ ਬਹਾਦਰ ਮੰਗਲ ਸਿੰਘ ਇਹ ਫਿਰ ਦਰਬਾਰ ਸਾਹਿਬ ਪਹੁੰਚੇ। ਇੱਥੇ ਆ ਕੇ ਇਹਨਾਂ ਨੇ ਨਾ ਫਿਰ ਬੇਨਤੀ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਸੰਤ ਬਾਬਾ ਨੰਦ ਸਿੰਘ ਹੋਣਾ ਦੇ ਦਰਸ਼ਨ ਕਰਾਓ। ਇਸ ਤਰ੍ਹਾਂ ਇਹ ਅਰਦਾਸ ਬੇਨਤੀ ਕਰਕੇ ਜਦ ਬਾਹਰ ਆਏ ਤਾਂ ਕੁਦਰਤੀ ਜਦ ਅੰਮ੍ਰਿਤਸਰ ਘੰਟਾ ਘਰ ਪਹੁੰਚੇ ਤਾਂ ਮੋਰੇ ਬਾਬਾ ਜੀ ਇਹਨਾਂ ਨੂੰ ਟੱਕਰ ਪਏ। ਜਦ ਬਾਬਾ ਜੀ ਦੇ ਦਰਸ਼ਨ ਹੋਏ ਤਾਂ
ਇਹਨਾਂ ਦੇ ਦਰਸ਼ਨ ਕਰਦੇ ਸਾਰੀ ਸੁੰਦਰ ਸਿੰਘ ਮਜੀਠੀਆ ਤੇ ਮੰਗਲ ਸਿੰਘ ਜਿਹੜੇ ਸੀ ਬੜੇ ਗਦਗਦ ਹੋ ਗਏ। ਤੇ ਜਦ ਗਦਗਦ ਹੋਏ ਫਿਰ ਬਾਬਾ ਜੀ ਨੇ ਇਹਨਾਂ ਨੂੰ ਪੁੱਛਿਆ, ਕਹਿੰਦੇ ਵੀ ਕਿੱਦਾਂ ਭਾਈ ਕਿਤੇ ਤੁਸੀਂ ਥੱਕ ਤਾਂ ਨਹੀਂ ਗਏ? ਜਦ ਬਾਬਾ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਇਹ ਕੁਛ ਨਹੀਂ ਬੋਲੇ। ਤੇ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਭਾਈ, ਅਗਰ ਤੁਸੀਂ ਨਾ ਪਹਿਲਾਂ ਹੀ ਅਰਦਾਸ ਕਰਕੇ ਘਰੋਂ ਤੁਰਦੇ ਤਾਂ ਫਿਰ ਇੰਨੇ ਘੁੰਮਣ ਘੇਰੀਆਂ 'ਚ ਨਾ ਫਸਦੇ। ਜਦੋਂ ਇਹ ਇਸ਼ਾਰਾ ਜਿਹੜਾ ਸੀ ਬਾਬਾ ਜੀ ਨੇ ਇਹਨਾਂ ਨਾਲ ਸਾਂਝਾ ਕੀਤਾ ਸੀਗਾ, ਤੇ ਫਿਰ ਸੁੰਦਰ ਸਿੰਘ ਜਿਹੜੇ ਮਜੀਠੀਆ ਸੀ ਬਾਬਾ ਜੀ ਨੂੰ ਕਹਿਣ ਲੱਗੇ ਕਿ ਜਿਵੇਂ ਆਪ ਨੇ ਜੋ ਕਰਾਇਆ ਹੈ ਸਾਨੂੰ ਉਵੇਂ ਹੀ ਕਰਨਾ ਪਿਆ ਹੈਗਾ। ਸੋ ਇਸ ਤਰ੍ਹਾਂ ਦੀ ਜਦ ਵਿਚਾਰ ਹੋਈ ਤਾਂ ਫਿਰ ਸੁੰਦਰ ਸਿੰਘ ਮਜੀਠੀਆ ਨੇ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਵੀ ਤੁਸੀਂ ਮਜੀਠਾ ਹਾਊਸ ਜਿਹੜੇ ਹੈਗੇ ਜ਼ਰੂਰ ਹੁਣ ਚਰਨ ਪਾਵੋ। ਅਸੀਂ ਇਸ ਬੇਨਤੀ ਕਰਨ ਵਾਸਤੇ ਇਹਨਾਂ ਦੇ ਢਾਡੇ ਪਾਸ ਜਿਹੜੇ ਅਸੀਂ ਪਹੁੰਚੇ। ਸੋ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਨੰਦ ਸਿੰਘ ਹੋਣੀ ਜਿਹੜੇ ਸੀ ਉਹ ਮਜੀਠੀਆ ਇਹਨਾਂ ਦੇ ਜਿਹੜਾ ਹਾਊਸ ਸੀਗਾ ਘਰ ਦੇ ਵਿੱਚ ਪਹੁੰਚੇ ਆ। ਜਦ ਘਰ 'ਚ ਪਹੁੰਚੇ ਆ, ਜਿਉਂ ਹੀ ਇਹ ਘਰ ਅੰਦਰ ਗਏ ਆ ਤਾਂ ਬਸ ਫਿਰ ਸੁੰਦਰ ਸਿੰਘ ਮਜੀਠੀਆ ਤਾਂ ਜਿਹੜਾ ਸੀਗਾ ਉਹਦੇ ਖੁਸ਼ੀ 'ਚ ਪੈਰ ਨਾ ਲੱਗਣ ਕਿ ਬਾਬਾ ਜੀ ਅੱਜ ਪਹਿਲੀ ਵਾਰ ਸਾਡੇ ਘਰ 'ਚ ਆਏ ਆ। ਦੇਖੋ ਮਜੀਠੀਆ ਜੀ ਇੰਨੇ ਖੁਸ਼ ਹੋਏ ਉਹਨਾਂ ਨੂੰ ਬਾਬਾ ਜੀ ਦੇ ਘਰ ਪਹੁੰਚੇ ਦੇ ਨਾਲ ਹੀ ਸੁੱਧ ਬੁੱਧ ਭੁੱਲ ਗਏ। ਇੱਥੇ ਜਦ ਇਹਨਾਂ ਦੇ ਜਿਹੜੀ ਮੇਨ ਬੈਠਕ ਸੀ ਜਿਹਦੇ ਵਿੱਚ ਬਾਬਾ ਜੀ ਬੈਠੇ ਆ ਤੇ ਬਾਕੀ ਜਿਹੜੇ ਸੀਗੇ ਇਹ ਵੀ ਇੱਥੇ ਬੈਠ ਗਏ। ਇੱਥੇ ਕੁਛ ਜਿਹੜੀ ਵਿਚਾਰ ਸੀ ਉਹ ਸਰਦਾਰ ਮਜੀਠੀਆ ਨੇ ਬਾਬਾ ਜੀ ਨਾਲ ਸਾਂਝੀ ਕੀਤੀ। ਪਰ ਬਾਬਾ ਜੀ ਨੇ ਪਹਿਲਾਂ ਸਰਦਾਰ ਮਜੀਠੀਆ ਨੂੰ ਇਹ ਪੁੱਛਿਆ, ਕਹਿੰਦੇ ਵੀ ਸਾਨੂੰ ਪਹਿਲਾਂ ਦੱਸੋ ਕਿ ਤੁਸੀਂ ਰੋਜ਼ ਨਿਤਨੇਮ ਵੀ ਕਰਦੇ ਆ? ਫਿਰ ਸੁੰਦਰ ਸਿੰਘ ਮਜੀਠੀਆ ਨੇ ਜਾਣੀ ਬਾਬਾ ਜੀ ਨੂੰ ਕਹਿਤਾ, ਕਹਿੰਦੇ ਬਾਬਾ ਜੀ ਵੀ ਦਰਅਸਲ ਗੱਲ ਇੱਕ ਤਾਂ ਕੰਮ ਦਾ ਬੜਾ ਜ਼ੋਰ ਆ, ਪਰ ਦੂਸਰੀ ਗੱਲ ਇਹ ਹੁੰਦੀ ਹੈਗੀ ਆ ਕਿ ਕੰਮ ਤੋਂ ਕਿਤੇ ਜਦ ਮੇਲ ਮਿਲਦਾ ਤਾਂ ਫਿਰ ਮੈਂ ਥੋੜ੍ਹਾ ਬਹੁਤਾ ਨਿਤਨੇਮ ਕਰ ਲੈਂਦਾ। ਜਦ ਜਿਹੜੀ ਮਨ ਦੀ ਜੋ ਸੱਚੀ ਵਿਚਾਰ ਸੀ ਅੰਦਰ ਤੇ ਸੁੰਦਰ ਸਿੰਘ ਮਜੀਠੀਆ ਉਹਨਾਂ ਨੂੰ ਬਾਬਾ ਜੀ ਨੂੰ ਦੱਸੀ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਭਾਈ, ਇਹ ਨਿਤਨੇਮ ਕਰਦੇ ਸਾਰੀ ਨਾ ਤੁਹਾਨੂੰ ਤਾਂ ਇਹ ਸਰਦਾਰੀ ਮਿਲੀ ਹੈਗੀ ਹੈ, ਇਹ ਐਸ਼ੋ ਆਰਾਮ ਮਿਲਿਆ, ਰਾਜ ਭਾਗ ਮਿਲਿਆ ਹੈਗਾ। ਤੇ ਜੇ ਤੁਸੀਂ ਨਿਤਨੇਮ ਛੱਡ ਦੋਗੇ ਫਿਰ ਤੁਸੀਂ ਦੱਸੋ ਵੀ ਇਹ ਰਾਜ ਭਾਗ ਦੇ ਆਨੰਦ ਸੁੱਖ ਕਿਵੇਂ ਪ੍ਰਾਪਤ ਕਰੋਗੇ? ਤੇ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਅਗਰ ਤੁਸੀਂ ਨਿਤਨੇਮ ਜਾਰੀ ਕਰੋਗੇ ਇਹ ਸੰਸਾਰੀ ਕੰਮਾਂ ਦੇ ਵਿੱਚ ਜਿਹੜਾ ਫਿਰ ਕੋਈ ਵਿਘਨ ਨਹੀਂ ਪੈਂਦਾ, ਫਿਰ ਕਾਰਜ ਵੀ ਜਿਹੜੇ ਉਹ ਸਬਰ ਦੇ ਹੈਗੇ ਆ। ਸੋ ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਤੇ ਫਿਰ ਮਜੀਠੀਆ ਨੇ 7 ਬਚਨ ਆਖਿਆ। ਉਸ ਤੋਂ ਬਾਅਦ ਫਿਰ ਮਜੀਠੀਆ ਨੇ ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਮੇਰੀ ਇੱਕ ਹੋਰ ਬੇਨਤੀ ਆ। ਤੇ ਬਾਬਾ ਜੀ ਕਹਿਣ ਲੱਗੇ ਦੱਸੋ ਕੀ ਆ? ਤੇ ਮਜੀਠੀਆ ਕਹਿਣ ਲੱਗਾ, ਜੀ ਤੁਸੀਂ ਇਸ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਥੋੜ੍ਹਾ ਜ਼ਿਆਦਾ ਕਰੋ, ਕਿਉਂਕਿ ਮੇਰਾ ਤਾਂ ਕਹਿੰਦੇ ਖਿਆਲ ਇਹ ਆ, ਮਜੀਠੀਆ ਜੀ ਕਹਿਣ ਲੱਗੇ ਕਿ ਸਾਰੇ ਹਿੰਦੁਸਤਾਨ ਦੇ ਅੰਦਰ ਇਹ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਉਹ ਹੋਈਆਂ ਬਾਬਾ ਜੀ ਦੇ ਨਾਲ ਤੇ ਫਿਰ ਬਾਬਾ ਜੀ ਨੇ ਮਜੀਠੀਆ ਨੂੰ ਕਹਿ ਦਿੱਤਾ, ਕਹਿੰਦੇ ਗੱਲ ਤਾਂ ਤੇਰੀ ਬੜੀ ਸੁੰਦਰ ਵਾ, ਬਹੁਤ ਲਾਹੇ ਵਾਲੀ ਹੈਗੀ ਆ, ਪਰ ਗੱਲ ਇੱਕ ਹੈਗੀ ਹੈ ਕਿ ਜਿਹੋ ਜਿਹਾ ਕਿਸੇ ਨੇ ਪ੍ਰਚਾਰ ਕਰਨਾ ਹੋਵੇ ਪਹਿਲਾਂ ਉਹਨੂੰ ਉਹਦੇ ਵਰਗਾ ਬਣਨਾ ਪੈਂਦਾ ਹੈਗਾ। ਅਗਰ ਉਹ ਉਹਦੇ ਵਰਗਾ ਬਣੂਗਾ ਫਿਰ ਉਹ ਪ੍ਰਚਾਰ ਕਰ ਸਕਦਾ ਹੈਗਾ। ਹੁਣ ਦੇਖੋ ਅਗਰ ਕੋਈ ਬੰਦਾ ਕਮਾਈ ਤੋਂ ਰਹਿਤ ਪ੍ਰਚਾਰ ਕਰੇ ਤੇ ਫਿਰ ਉਹਦੀ ਜਿਹੜੀ ਆਵਾਜ਼ ਪ੍ਰਚਾਰ ਦੀ ਉਹ ਕੇਵਲ ਤੇ ਕੇਵਲ ਕੰਨਾਂ 'ਤੇ ਪਹੁੰਚਦੀ ਆ, ਮਨ 'ਤੇ ਅਸਰ ਨਹੀਂ ਕਰਦੀ। ਜਦ ਇਸ ਤਰ੍ਹਾਂ ਦੀ ਵਿਚਾਰ ਹੋਈ ਤੇ ਫਿਰ ਬਾਬਾ ਜੀ ਨੇ ਉੱਥੇ ਇੱਕ ਵਿਚਾਰ ਬੜੀ ਸੁੰਦਰ ਸਾਂਝੀ ਕੀਤੀ ਸੀ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਇੱਕ ਕੋਈ ਜਾਣੀ ਮਹਾਤਮਾ ਸੀਗੇ ਤੇ ਉਹਨਾਂ ਮਹਾਤਮਾ ਦੇ ਕੋਲ ਇੱਕ ਵਾਰ ਇੱਕ ਕੋਈ ਬੀਬੀ ਜਿਹੜੀ ਸੀ ਉਹ ਆਪਣੇ ਬੱਚੇ ਨੂੰ ਲੈ ਕੇ ਆਈ। ਜਦ ਲੈ ਕੇ ਆਈ ਤੇ ਬੱਚੇ ਨੂੰ ਜਿਹੜੀ ਸੀ ਉਸ ਨੂੰ ਲੈ ਕੇ ਜਦ ਪਹੁੰਚੀ ਤੇ ਉਹਨੇ ਮਹਾਤਮਾ ਨੂੰ ਬੇਨਤੀ ਕੀਤੀ ਕਿ ਇਹ ਜਿਹੜਾ ਮੇਰਾ ਬੱਚਾ ਹੈਗਾ ਇਹ ਗੁੜ ਖਾਣੋਂ ਨਹੀਂ ਹਟਦਾ, ਮੈਂ ਇਸ ਨੂੰ ਬਹੁਤ ਵਾਰੀ ਡਾਂਟਿਆ ਵੀ ਆ, ਕਈ ਵਾਰੀ ਜਿਹੜਾ ਇਹਨੂੰ ਮੈਂ ਮਾਰਿਆ ਕੁੱਟਿਆ ਵੀ ਆ, ਪਰ ਫਿਰ ਵੀ ਇਹ ਚੋਰੀ ਛੁਪੇ ਗੁੜ ਜਿਹੜਾ ਹੈਗਾ ਉਹ ਕੱਢ ਕੇ ਖਾ ਲੈਂਦਾ ਹੈਗਾ। ਤੇ ਇਹਦੇ ਪੇਟ ਦੇ ਵਿੱਚ ਐਸੀ ਬਿਮਾਰੀ ਆ। ਸੋ ਡਾਕਟਰਾਂ ਨੂੰ ਮੈਂ ਦਿਖਾਇਆ ਸੀ, ਡਾਕਟਰਾਂ ਨੇ ਕਹਿਤਾ ਵੀ ਇਹਦਾ ਗੁੜ ਬੰਦ ਕਰ ਦਿਓ ਤਾਂ ਇਹ ਬਿਮਾਰੀ ਹਟਣੀ ਆ, ਇਹਦਾ ਗੁੜ ਜਿਹੜਾ ਹੈਗਾ ਉਹ ਪਰਹੇਜ਼ ਹੈ ਗੁੜ ਤੋਂ ਕਰੇ ਫਿਰ ਬਿਮਾਰੀ ਦੂਰ ਹੋ ਸਕਦੀ ਆ। ਪਰ ਮੇਰੇ ਕਹਿਣ ਸੁਣ ਸਮਝਾਉਣ ਤੇ ਕੁੱਟਣ ਮਾਰਨ ਦੇ ਵਿੱਚ ਵੀ ਇਹ ਗੁੜ ਖਾਣ ਦੀ ਜਿਹੜੀ ਆਪਣੀ ਆਦੀ ਹੈਗੀ ਆਦਤ ਜਿਹੜੀ ਇਹ ਨਹੀਂ ਛੱਡਦਾ। ਜਦ ਕਹਿੰਦੇ ਇੰਨੀ ਗੱਲ ਉਸ ਬੀਬੀ ਨੇ ਆਖੀ ਤੇ ਮਹਾਤਮਾ ਕਹਿਣ ਲੱਗੇ, ਕਹਿੰਦੇ ਬੀਬਾ ਵੀ ਤੂੰ ਹੁਣ ਨਹੀਂ ਮੈਂ ਇਸ ਗੱਲ ਦਾ ਜਵਾਬ ਦੇ ਸਕਦਾ, ਤੂੰ 40 ਦਿਨ ਬਾਅਦ ਆਈ ਫਿਰ ਮੈਂ ਤੈਨੂੰ ਇਸ ਗੱਲ ਦਾ ਜਵਾਬ ਦਊਂਗਾ। ਉਹ ਕਹਿੰਦੇ ਬੀਬੀ ਜਿਹੜੀ ਸੀ ਉਹ ਮੱਥਾ ਟੇਕ ਕੇ ਚੱਲ ਗਈ। ਜਦ ਮੱਥਾ ਟੇਕ ਕੇ ਗਈ ਫਿਰ ਜਦ 40 ਦਿਨਾਂ ਬਾਅਦ ਜਿਹੜੇ ਸੀ ਮਹਾਤਮਾ ਕਾਫੀ ਦੂਰ ਰਹਿੰਦੇ ਸੀ, ਬੜੀ ਮੁਸ਼ਕਲ ਦੇ ਨਾਲ ਉੱਥੇ ਪਹੁੰਚੀ ਤੇ ਫਿਰ ਮਹਾਤਮਾ ਨੂੰ ਮੱਥਾ ਟੇਕ ਕੇ ਬੈਠੀ ਤੇ ਬਾਬਾ ਜੀ ਨੂੰ ਕਹਿਣ ਲੱਗੀ ਮਹਾਤਮਾ ਨੂੰ ਕਿ ਤੁਸੀਂ ਕਿਹਾ ਸੀ 40 ਦਿਨ ਬਾਅਦ ਆਇਓ, ਹੁਣ ਮੈਂ 40 ਦਿਨ ਬਾਅਦ ਆਈ ਹਾਂ ਤੇ ਤੁਸੀਂ ਮੇਰੇ ਬੱਚੇ 'ਤੇ ਕਿਰਪਾ ਕਰੋ। ਜਦ ਇੰਨੀ ਗੱਲ ਹੋਈ ਤੇ ਮਹਾਤਮਾ ਕਹਿਣ ਲੱਗੇ ਬੱਚੇ ਨੂੰ, ਕਹਿੰਦੇ ਬੱਚਾ ਗੁੜ ਨਾ ਖਾਇਆ ਕਰ। ਜਦ ਮਹਾਂਪੁਰਖਾਂ ਨੇ ਇੰਨੀ ਗੱਲ ਕਹੀ ਤਾਂ ਕਹਿੰਦੇ ਫਿਰ ਬੀਬੀ ਕਹਿਣ ਲੱਗੀ ਬਾਬਾ ਜੀ ਬਸ
ਹੋਰ ਕੁਛ ਨਹੀਂ। ਬਾਬਾ ਜੀ ਕਹਿਣ ਲੱਗੇ ਬਸ ਇਹੋ ਹੀ ਗੱਲ ਕਹਿਣੀ ਸੀ ਵੀ ਤੂੰ ਗੁੜ ਨਾ ਖਾਇਆ ਕਰ। ਉਹ ਬੀਬੀ ਕਹਿਣ ਲੱਗੀ ਕਿ ਤੁਸੀਂ ਮੈਨੂੰ ਕਿਹਾ ਸੀ 40 ਦਿਨ ਬਾਅਦ ਆਈ, ਅਤੇ ਮੈਂ ਤਾਂ ਮਨ 'ਚ ਸੋਚਿਆ ਸੀਗਾ ਕਿ ਤੁਸੀਂ ਮੈਨੂੰ ਕੋਈ ਧਾਗਾ ਤਵੀਤ ਜਾਂ ਕੁਛ ਹੋਰ ਦਓਗੇ ਤਾਂ ਜੋ ਮੇਰੇ ਬੱਚੇ ਦੀ ਆਦਤ ਛੁੱਟ ਜਾਊਗੀ। ਪਰ ਜੇ ਇੰਨੀ ਗੱਲ ਹੀ ਕਹਿਣੀ ਸੀ ਤਾਂ ਉਦਣ ਹੀ ਕਹਿ ਦਿੰਦੇ। ਮੈਂ ਐਡੀ ਦੂਰੋਂ ਚੱਲ ਕੇ ਜਿਹੜੇ ਸੀ ਬੜੀ ਮੁਸ਼ਕਿਲ ਨਾਲ ਤੁਹਾਡੇ ਪਾਸ ਪਹੁੰਚੀ ਹਾਂ, ਅਤੇ ਇੰਨੀ ਗੱਲ ਕਹਿਣ ਦੇ ਨਾਲ ਮੇਰਾ ਬੱਚਾ ਜਿਹੜਾ ਗੁੜ ਖਾਣੋਂ ਕਿਤੇ ਹਟ ਜਾਊਗਾ। ਕਿਉਂਕਿ ਮੇਰੇ ਲੱਖ ਸਮਝਾਉਣ ਦੇ ਉੱਤੇ ਵੀ, ਇਹਨੂੰ ਮਾਰਨ ਕੁੱਟਣ ਦੇ ਉੱਤੇ ਵੀ ਇਹ ਗੁੜ ਦੀ ਆਦਤ ਨਹੀਂ ਛੱਡਦਾ, ਅਤੇ ਤੁਸੀਂ ਇਹਨੂੰ ਬਸ ਇੰਨੀ ਗੱਲ ਹੀ ਕਹਿਤੀ ਆ ਕਿ ਬੱਚਾ ਗੁੜ ਨਾ ਖਾ। ਜਦ ਉਹਦੀ ਮਾਂ ਨੇ ਇਸ ਤਰ੍ਹਾਂ ਦੀ ਜਿਹੜੀ ਗੱਲ ਕੀਤੀ ਸੀ, ਅਤੇ ਫਿਰ ਮਹਾਤਮਾ ਨੇ ਕਿਹਾ ਸੀਗਾ, ਕਹਿੰਦੇ ਬੀਬਾ ਗੱਲ ਇੱਕ ਹੈਗੀ ਆ, ਉਪਦੇਸ਼ ਉਹ ਕਰਨਾ ਚਾਹੀਦਾ ਹੈਗਾ ਜਿਸ ਉਪਦੇਸ਼ ਦੇ ਵਿੱਚ ਪਹਿਲਾਂ ਆਪ ਪੂਰੇ ਉਤਰੀਏ, ਆਪ ਪੂਰੇ ਹੋਈਏ। ਸੋ ਫਿਰ ਮਹਾਂਪੁਰਖਾਂ ਨੇ ਉਸ ਬੀਬੀ ਨੂੰ ਇਹ ਸੰਦੇਸ਼ ਦਿੱਤਾ ਸੀਗਾ ਵੀ ਬੀਬਾ ਜਦੋਂ ਤੂੰ ਪਹਿਲੀ ਵਾਰ ਆਈ ਸੀ ਇਸ ਬੱਚੇ ਦੀ ਗੁੜ ਦੀ ਆਦਤ ਨੂੰ ਹਟਾਉਣ ਵਾਸਤੇ, ਉਸ ਟਾਈਮ 'ਤੇ ਅਸੀਂ ਵੀ ਗੁੜ ਖਾਣਾ ਬੜਾ ਪਸੰਦ ਕਰਦੇ ਸੀ, ਪਰ ਹੁਣ 40 ਦਿਨ ਅਸੀਂ ਜਿਹੜਾ ਹੈ ਉਹ ਗੁੜ ਨਹੀਂ ਖਾਧਾ, ਨਾ ਸਾਡਾ ਗੁੜ ਖਾਣ ਨੂੰ ਚਿੱਤ ਕੀਤਾ। ਹੁਣ ਅਸੀਂ ਇਹਨੂੰ ਉਪਦੇਸ਼ ਦੇ ਸਕਦੇ ਹਾਂ ਵੀ ਤੂੰ ਗੁੜ ਨਾ ਖਾ, ਕਿਉਂਕਿ ਹੁਣ ਸਾਡਾ ਦਿੱਤਾ ਹੋਇਆ ਉਪਦੇਸ਼ ਜਿਹੜਾ ਨਾ ਇਹਦੇ ਹਿਰਦੇ ਦੇ ਵਿੱਚ ਜਾਏਗਾ। ਪਰ ਹੁਣ ਤੇਰੇ ਮਾਰਨ ਕੁੱਟਣ 'ਤੇ ਵੀ ਇਹਨੇ ਗੁੜ ਨਹੀਂ ਛੱਡਿਆ, ਪਰ ਸਾਨੂੰ ਇਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਕਿ ਉਹ ਹੁਣ ਮੁੜ ਕੇ ਗੁੜ ਨਹੀਂ ਖਾਏਗਾ। ਸੋ ਬਾਬਾ ਜੀ ਨੇ ਨਾ ਇਸ ਤਰ੍ਹਾਂ ਦੇ ਜਿਹੜੇ ਬਚਨ ਸੀਗੇ ਇਹ ਉਹਨਾਂ ਟਾਈਮਾਂ ਦੇ ਵਿੱਚ ਫਿਰ ਸਾਂਝੇ ਕੀਤੇ ਸੀ। ਸੋ ਕਹਿਣ ਤੋਂ ਬਾਅਦ ਬਾਬਾ ਜੀ ਦਾ ਇਹੋ ਹੀ ਸੀਗਾ ਕਿ ਜਿਹੋ ਜਿਹਾ ਪਹਿਲਾਂ ਪ੍ਰਚਾਰ ਕਰਨਾ ਹੈ ਨਾ, ਉਹੋ ਜਿਹਾ ਪਹਿਲਾਂ ਆਪ ਬਣਨਾ ਪੈਂਦਾ ਹੈ, ਤਾਂ ਹੀ ਇਹ ਜਿਹੜੀ ਗੱਲ ਹੈਗੀ ਆ ਕਿਸੇ ਦੇ ਦਿਲ ਦੇ ਮਨ ਦੇ ਉੱਤੇ ਅਸਰ ਰੱਖਦੀ ਆ। ਅਤੇ ਵੈਸੇ ਜਿਹੜਾ ਕੀਤਾ ਹੋਇਆ ਪ੍ਰਚਾਰ ਆ ਉਹ ਕੰਨਾਂ ਤੱਕ ਹੀ ਸੀਮਿਤ ਰਹਿ ਜਾਂਦਾ, ਕੰਨਾਂ ਦੇ ਅੰਦਰ ਜਿਹੜਾ ਹੈਗਾ ਉਹ ਹਿਰਦੇ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੁੰਦਾ ਹੈਗਾ। ਸੋ ਇਹ ਵਿਚਾਰ ਕਰਕੇ ਨਾ ਫਿਰ ਬਾਬਾ ਜਿਹੜੇ ਸੀਗੇ ਉੱਥੋਂ ਚਲੇ ਗਏ। ਜਦ ਬਾਬਾ ਜੀ ਉੱਥੋਂ ਚਲੇ ਗਏ, ਉਸ ਤੋਂ ਬਾਅਦ ਨਾ ਬਾਬਾ ਜੀ ਜਿਹੜੇ ਸੀਗੇ ਉਹਨਾਂ ਨੇ ਇੱਕ ਜਗ੍ਹਾ ਦੀਵਾਨ ਲਾਇਆ। ਜਦ ਸੰਗਤ ਆਈ ਨੇ ਇਸ ਇਲਾਕੇ ਦੇ ਵਿੱਚ, ਅਤੇ ਉੱਥੇ ਫਿਰ ਬਹਾਦਰ ਮੰਗਲ ਸਿੰਘ ਜਿਹੜੇ ਸੀਗੇ ਇਹ ਵੀ ਪਹੁੰਚੇ ਦੀਵਾਨ 'ਚ। ਇਹਨਾਂ ਨੇ ਵੀ ਬਾਬਾ ਜੀ ਨੂੰ ਮੱਥਾ ਟੇਕਿਆ। ਫਿਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਬਾਬਾ ਨੰਦ ਸੋਹਣੀ ਜਿਹੜੇ ਸੀ ਉਹ ਜੰਗਲ ਪਾਣੀ ਗਏ, ਅਤੇ ਮੰਗਲ ਸਿੰਘ ਨੂੰ ਜਿਹੜਾ ਸੀਗਾ ਨਾਲ ਲੈ ਗਿਆ, ਅਤੇ ਇੱਕ ਜਿਹੜਾ ਗੜਬਾ ਪਾਣੀ ਦਾ ਸੀ ਮੰਗਲ ਸਿੰਘ ਨੂੰ ਫੜਾ ਦਿੱਤਾ। ਅਤੇ ਤੁਰੇ ਤੁਰੇ ਜਾਂਦੇ ਜਿਹੜੇ ਬਾਬਾ ਜੀ ਅੱਗੇ ਹੋ ਗਏ, ਮੰਗਲ ਸਿੰਘ ਪਿੱਛੇ। ਪਰ ਬਾਬਾ ਜੀ ਨੇ ਮੰਗਲ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਮੰਗਲ ਸਿੰਘ ਵੀ ਤੇਰੇ ਘਰੋਂ ਆਵਾਜ਼ ਆਈ ਆ। ਇੰਨੀ ਗੱਲ ਹੋਈ ਤਾਂ ਫਿਰ ਇਹ ਬਹਾਦਰ ਮੰਗਲ ਸਿੰਘ ਬੜੇ ਹੈਰਾਨ ਨੇ, ਕਹਿੰਦੇ ਬਾਬਾ ਜੀ ਵੀ ਕਿਹੋ ਜਿਹੀ ਆਵਾਜ਼ ਆਈ ਆ। ਬਾਬਾ ਜੀ ਕਹਿਣ ਲੱਗੇ ਕਿ ਉਸ ਦਿਨ ਅਸੀਂ ਤੁਹਾਡੇ ਘਰ ਗਏ ਸੀਗੇ, ਅਤੇ ਜਿਹੜੇ ਸੀਗੇ ਮਜੀਠੀਆ ਜੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀਗੀ, ਅਤੇ ਮਜੀਠੀਆ ਜੀ ਦਾ ਜਿਹੜਾ ਹਿਰਦਾ ਹੈਗਾ ਬੜਾ ਸ਼ੁੱਧ ਹੈਗਾ, ਅਤੇ ਉਹਨਾਂ ਦੇ ਅੰਦਰ ਸਿੱਖੀ ਦੀ ਤੜਫ ਹੈਗੀ, ਅਤੇ ਉਹਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ। ਪਰ ਇਹ ਸਾਰੀ ਗੱਲਬਾਤ ਤੋਂ ਬਾਅਦ ਕਹਿੰਦੇ ਵੀ ਅਸੀਂ ਇੱਕ ਚੀਜ਼ ਦੇਖੀ ਸੀਗੀ ਕਿ ਬਾਕੀ ਜਿਹੜਾ ਸਾਰਾ ਪਰਿਵਾਰ ਸੀ, ਖਾਸ ਕਰਕੇ ਬੀਬੀਆਂ ਜਿਹੜੀਆਂ ਸੀਗੀਆਂ ਮਜੀਠੇ ਸਾਹਿਬ ਦੇ ਘਰੋਂ, ਉਹ ਅੰਦਰ ਪੜਦੇ 'ਚ ਸੀਗੀਆਂ। ਸੋ ਉਹਨਾਂ ਦੇ ਮਨ 'ਚ ਸੀਗਾ ਚਲੋ ਬਾਬਾ ਜੀ ਆਉਣਗੇ ਅਤੇ ਸਰਦਾਰ ਜੀ ਜਿਹੜੀ ਹੈ ਨਾ ਸਾਨੂੰ ਵੀ ਉਹਨਾਂ ਦੇ ਦਰਸ਼ਨ ਕਰਾ ਦੇਣਗੇ। ਪਰ ਸਰਦਾਰ ਜੀ ਜਿਹੜੇ ਸੀ ਖੁਸ਼ੀ ਵਿੱਚ ਜਿਹੜੇ ਸੀ ਕੋਈ ਇੰਨੇ ਦੀਵਾਨੇ ਹੋ ਗਏ ਸੀ, ਉਹਨਾਂ ਨੂੰ ਇਹ ਗੱਲ ਭੁੱਲ ਗਈ ਸੀਗੀ। ਸੋ ਹੁਣ ਜਿਹੜੀਆਂ ਹੈ ਨਾ ਬੀਬੀਆਂ ਹੈਗੀਆਂ ਉਹਨਾਂ ਨੇ ਕਹਿੰਦੇ ਸਾਡੀ ਅਰਦਾਸ ਕਰ ਦਿੱਤੀ ਆ ਕਿ ਤੁਸੀਂ ਜਿਹੜੇ ਹੈ ਸਾਡੇ ਘਰ ਪਹੁੰਚੋ, ਅਤੇ ਨਾਲ ਇਹ ਵੀ ਜਿਹੜਾ ਹੈਗਾ ਉਹ ਕਹਿ ਦਿੱਤਾ ਹੈਗਾ ਕਿ ਅਗਰ ਬਾਬਾ ਨੰਦ ਸਿੰਘ ਹੁਣੀ ਪੂਰੇ ਸੰਤ ਤਾਂ ਸਾਨੂੰ ਜਿਹੜੇ ਹੈ ਉਹਨਾਂ ਘਰ ਦੇ ਵਿੱਚ ਇਸੇ ਘਰ 'ਚ ਜ਼ਰੂਰ ਦਰਸ਼ਨ ਦੁਬਾਰਾ ਦੇਣਗੇ। ਜਦ ਕਹਿੰਦੇ ਉਹਨੇ ਇਹ ਅਰਦਾਸ ਕੀਤੀ ਆ, ਤਾਂ ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਹੈ ਨਾ ਆਪਣੇ ਮੰਗਲ ਸਿੰਘ ਨੂੰ ਇਹ ਗੱਲ ਕਹੀ ਸੀ, ਕਹਿੰਦੇ ਮੰਗਲ ਸਿੰਘ ਗੱਲ ਇੰਨੀ ਆ ਕਿ ਅਸੀਂ ਪੂਰੇ ਸੰਤ ਤੱਕ ਕਹਾਉਣ ਦੇ ਜਿਹੜੀ ਲਾਇਕ ਨਹੀਂ ਹੈ, ਅਤੇ ਨਾ ਅਸੀਂ ਪੂਰੇ ਸੰਤ ਕਹਾਉਣਾ ਹੀ ਆ। ਪਰ ਗੱਲ ਇੱਕ ਹੈਗੀ ਆ ਕਿ ਜੇ ਅਸੀਂ ਉਹਨਾਂ ਦੇ ਘਰ ਨਾ ਪਹੁੰਚੇ ਤਾਂ ਫਿਰ ਘਰ ਦੇ ਵਿੱਚ ਜਿਹੜੀ ਸ਼ਰਧਾ ਹੈ ਨਾ ਉਹ ਘਟ ਜਾਣੀ ਆ। ਇਸ ਕਰਕੇ ਤੂੰ ਘਰ ਚਲੇ ਜਾ ਅਤੇ ਜਾ ਕੇ ਸੁਨੇਹਾ ਦੇ ਦੇ ਕਿ ਅਸੀਂ ਜਿਹੜੇ ਹੈ ਨਾ ਅੱਜ ਜਾਣੀ ਕਿ ਸ਼ਾਮ ਨੂੰ ਤੁਹਾਡੇ ਘਰ ਜ਼ਰੂਰ ਪਹੁੰਚਾਂਗੇ। ਜਦ ਇਹ ਗੱਲ ਹੋਈ ਤਾਂ ਫਿਰ ਉਹ ਮੰਗਲ ਸਿੰਘ ਘਰ ਪਹੁੰਚੇ। ਉਹਨਾਂ ਨੇ ਜਾ ਕੇ ਫਿਰ ਘਰਦਿਆਂ ਨੂੰ ਕਹਿ ਦਿੱਤਾ ਹੈਗਾ ਕਿ ਬਾਬਾ ਜੀ ਅੱਜ ਸ਼ਾਮ ਨੂੰ ਜਿਹੜੇ ਹੈਗੇ ਉਹ ਘਰ 'ਚ ਆ ਰਹੇ ਆ। ਉਹਨਾਂ ਦੀ ਇਹ ਗੱਲ ਸੁਣ ਕੇ ਘਰ ਵਾਲੇ ਬੜੇ ਪ੍ਰਸੰਨ ਹੋਏ, ਪਰ ਉਹ ਬੀਬੀਆਂ ਦੀ ਪ੍ਰਸੰਨਤਾ ਤਾਂ ਹੋਣੀ ਸੀ, ਪਰ ਮਜੀਠੀਏ ਹੁਣੀ ਜਿਹੜੇ ਸੀਗੇ ਆਪਣੇ ਅਸੂਲਾਂ ਦੇ ਪੱਕੇ ਸੀਗੇ, ਕਿਉਂਕਿ ਬੀਬੀਆਂ ਨੇ ਜਿਹੜੇ ਸੀ ਸਰਦਾਰ ਮਜੀਠੀਏ ਨੂੰ ਕਿਹਾ ਸੀਗਾ ਕਿ ਤੁਸੀਂ ਹੈ ਨਾ ਦੁਬਾਰਾ ਜਾ ਕੇ ਬਾਬਾ ਜੀ ਨੂੰ ਬੇਨਤੀ ਕਰੋ। ਪਰ ਮਜੀਠੀਏ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਮੈਂ ਬਾਬਾ ਜੀ ਨੂੰ ਦੁਬਾਰਾ ਬੇਨਤੀ ਨਹੀਂ ਕਰਨੀ, ਕਿ ਇੱਕ ਵਾਰੀ ਬੇਨਤੀ ਕੀਤੀ ਹੈ ਨਾ ਬਾਬਾ ਜੀ ਨੇ ਜਿਹੜੇ ਘਰ ਆ ਕੇ ਦਰਸ਼ਨ ਦਿੱਤੇ। ਸੋ ਵਾਰ-ਵਾਰ ਬੇਨਤੀ ਜਿਹੜੀ ਕਹਿੰਦੇ ਸਾਨੂੰ ਉਹ ਕਰਨੀ ਜਿਹੜੀ ਹੈ ਨਾ ਉਹ ਚੰਗੀ ਨਹੀਂ ਲੱਗਦੀ। ਸੋ ਮਜੀਠੀਏ ਜੀ ਨੇ ਜਦ ਹੈ ਨਾ ਘਰ ਦੇ ਪਰਿਵਾਰ ਔਰਤਾਂ ਨਾਲ ਜਿਸ ਤਰ੍ਹਾਂ ਦੀ ਗੱਲ ਕੀਤੀ ਸੀ, ਫਿਰ ਦੇਖੋ ਔਰਤਾਂ ਨੇ ਮਨ 'ਚ ਕਿਹਾ ਸੀਗਾ ਕਿ ਠੀਕ ਹੈ, ਅਗਰ ਤੁਸੀਂ ਦੁਬਾਰਾ ਬੇਨਤੀ ਨਹੀਂ ਕਰ ਸਕਦੇ ਫਿਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਸੋ ਉਸ ਪਰਿਵਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਸਾਰਿਆਂ ਇਕੱਠੇ ਅਰਦਾਸ ਬੇਨਤੀ ਇਹ ਕਰ ਦਿੱਤੀ ਸੀ ਕਿ ਬਾਬਾ ਜੀ ਅਗਰ ਪੂਰੇ ਸੰਤ ਹੈਗੇ ਆ, ਗੁਰੂ ਨਾਨਕ ਸਾਹਿਬ ਦਾ ਰੂਪ ਆ, ਤਾਂ ਸਾਨੂੰ ਦੁਬਾਰਾ ਜਿਹੜੇ ਹਨ ਸਾਡੇ ਘਰ 'ਚ ਦਰਸ਼ਨ ਦੇਣਗੇ। ਸੋ ਇਹ ਜਿਹੜੀ ਗੱਲਬਾਤ ਸੀਗੀ ਅਤੇ ਇਹ ਹੈ ਨਾ ਬਾਬਾ ਜੀ ਨੇ ਉਹਨਾਂ ਟਾਈਮਾਂ ਦੇ ਵਿੱਚ ਬਹਾਦਰ ਮੰਗਲ ਸਿੰਘ ਹੁਣਾਂ ਨਾਲ ਸਾਂਝੀ ਕੀਤੀ ਸੀ।
ਸੋ ਉਹਨੂੰ ਫਿਰ ਜਦ ਘਰ ਭੇਜਿਆ ਹੈਗਾ, ਬਾਬਾ ਜੀ ਫਿਰ ਦੁਬਾਰਾ ਜਿਹੜੇ ਸੀਗੇ ਹੈ ਨਾ, ਫਿਰ ਦੁਬਾਰਾ ਸੁੰਦਰ ਸਿੰਘ ਮਜੀਠੀਏ ਦੇ ਜਿਹੜੇ ਸੀਗੇ ਉਹ ਮਜੀਠਾ ਹਾਊਸ ਦੇ ਵਿੱਚ ਪਹੁੰਚੇ ਆ। ਪਰ ਉਹਨਾਂ ਦਾ ਆਉਣਾ ਦੇਖ ਕੇ ਤਾਂ ਜਿਹੜੀ ਘਰ ਦੀ ਬੀਬੀਆਂ ਸੀ ਉਹ ਬੜੀਆਂ ਪ੍ਰਸੰਨ ਹੋਈਆਂ। ਸੋ ਉਹਨਾਂ ਦੀ ਹੈ ਨਾ ਜਾਣੀ ਪ੍ਰਸੰਨਤਾ ਇੰਨੀ ਸੀਗੀ ਕਿ ਜਦ ਦੁਬਾਰਾ ਆਇਆ, ਇਸ ਨੂੰ ਦੁਬਾਰਾ ਦੇਖ ਕੇ ਨਾ ਫਿਰ ਸਾਰਾ ਪਰਿਵਾਰ ਜਿਹੜਾ ਸੀਗਾ ਉਹਨਾਂ ਨੇ ਬਾਬਾ ਜੀ ਦੇ ਅੱਗੇ ਜਾਣੀ ਬਹੁਤ ਸਾਰੀਆਂ ਵਟਾਵਾਂ ਵੀ ਰੱਖੀਆਂ ਹੈਗੀਆਂ ਉਹਨਾਂ ਟਾਈਮਾਂ ਦੇ ਵਿੱਚ। ਅਤੇ ਬਾਬਾ ਜੀ ਨੇ ਫਿਰ ਇਸ ਪਰਿਵਾਰ ਦੇ ਨਾਲ ਹੈ ਨਾ ਆਪਣੇ ਜਿਹੜੇ ਵਚਨ ਸੀਗੇ ਉਹ ਸਾਂਝੇ ਕੀਤੇ ਸੀ। ਅਤੇ ਬਾਬਾ ਜੀ ਨੇ ਫਿਰ ਆਖਿਆ ਸੀਗਾ ਕਿ ਨਾਮ ਬਾਣੀ ਤੋਂ ਪਰੇ ਜਿਹੜਾ ਹੈ ਨਾ ਵੱਡਾ ਕੋਈ ਵੀ ਜਿਹੜਾ ਹੈਗਾ ਇਸ ਕਲਯੁਗ ਦੇ ਅੰਦਰ ਮੰਤਰ ਨਹੀਂ ਹੈਗੇ। ਸੋ ਜਿਹੜੇ ਸੱਜਣ ਨਾਮ ਬਾਣੀ ਨਾਲ ਜੁੜਦੇ ਉਹ ਆਪਣਾ ਲੋਕ ਅਤੇ ਪਰਲੋਕ ਦੋਨੇ ਸਹੇਲੇ ਕਰ ਲੈਂਦੇ ਆ। ਸੋ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਸੀਗੀ ਜਦ ਬਾਬਾ ਜੀ ਨੇ ਸਾਰੇ ਪਰਿਵਾਰ ਨਾਲ ਕੀਤੀ ਸੀ, ਸਾਰਾ ਪਰਿਵਾਰ ਜਿਹੜਾ ਸੀਗਾ ਇਹ ਬਹੁਤ ਜਿਹੜਾ ਹੈ ਨਾ ਖੁਸ਼ ਹੋ ਗਿਆ ਸੀਗਾ। ਸੋ ਕਹਿਣ ਤੋਂ ਭਾਵ ਇੰਨਾ ਹੈਗਾ, ਉਸ ਤੋਂ ਬਾਅਦ ਫਿਰ ਹੈ ਨਾ ਬਾਬਾ ਜਿਹੜੇ ਸੀਗੇ ਉਹ ਵਾਪਸ ਫਿਰ ਦੁਬਾਰਾ ਜਿਹੜੇ ਸੀਗੇ ਉਹ ਨਾਨਕਸਰ ਕਲੇਰੀ ਪਹੁੰਚੇ ਸੀਗੇ। ਜਦ ਬਾਬਾ ਜੀ ਇੱਥੇ ਪਹੁੰਚੇ ਹੈ ਨਾ, ਇੱਥੇ ਇੱਕ ਹਜ਼ੂਰੀਆ ਸਿੰਘ ਹੋਣਾ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ। ਉਹ ਜਿਹੜਾ ਹਜ਼ੂਰੀਆ ਸਿੰਘ ਸੀਗਾ ਉਹ ਬਾਬਾ ਜੀ ਨੂੰ ਪੱਖਾ ਚੱਲ ਰਿਹਾ ਸੀ। ਇੱਕ ਵਾਰੀ ਹੈ ਨਾ ਗਰਮੀਆਂ ਸੀਗੀਆਂ, ਬਾਬਾ ਜੀ ਅੰਦਰ ਬੈਠੇ ਸੀਗੇ ਆਪਣੇ, ਤਾਂ ਥੱਲੇ ਹੈ ਨਾ ਰੇਤਾ ਦੇ ਉੱਤੇ ਥੋੜ੍ਹਾ ਜਿਹਾ, ਕਿਉਂ ਗਰਮੀਆਂ ਜ਼ਿਆਦਾ ਸੀਗੀਆਂ, ਰੇਤਾ ਦੇ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕਾ ਕੇ ਨਾ ਬਾਬਾ ਜੀ ਉਹ 'ਤੇ ਆਪਣਾ ਆਸਣ ਲਾਉਂਦੇ ਹੁੰਦੇ ਸੀਗੇ। ਸੋ ਜਿਹੜਾ ਹਜ਼ੂਰੀਆ ਸਿੰਘ ਸੀਗਾ ਇਹ ਬਾਬਾ ਜੀ ਨੂੰ ਪੱਖਾ ਚੱਲ ਰਿਹਾ ਸੀਗਾ। ਅਤੇ ਬਾਬਾ ਜੀ ਨੇ ਹਜ਼ੂਰੀ ਨੂੰ ਪੁੱਛਿਆ, ਕਹਿੰਦੇ ਵੀ ਸਿੰਘਾ ਇੱਕ ਗੱਲ ਦੱਸ, ਤੂੰ ਕੁਛ ਪੜ੍ਹਿਆ ਲਿਖਿਆ ਵੀ ਆ? ਫਿਰ ਹਜ਼ੂਰੀ ਨੇ ਕਿਹਾ ਸੀਗਾ ਕਿ ਸਾਨੂੰ ਤਾਂ ਜਾਣੀ ਕਿ ਜਦੋਂ ਥੋੜ੍ਹੀ ਜਿਹੀ ਸੁਰਤ ਹੁੰਦੀ ਆ, ਅਤੇ ਕਿਉਂਕਿ ਅਸੀਂ ਜ਼ਿਮੀਂਦਾਰਾਂ ਦੇ ਲੜਕੇ ਹਾਂ ਅਤੇ ਘਰ ਵਾਲੇ ਜਿਹੜੇ ਸੀ ਸਾਨੂੰ ਹਲ ਦੇ ਨਾਲ ਜੋੜ ਦਿੰਦੇ ਆ, ਪੜ੍ਹਨਾ ਕੀ ਆ। ਪਰ ਇੱਕ ਗੱਲ ਜ਼ਰੂਰ ਹੈ ਕਿ ਮੈਂ ਥੋੜ੍ਹੀ ਬਹੁਤੀ ਮੁਹਾਰ ਨਹੀਂ ਪੜ੍ਹਿਆ ਹੈਗੀ। ਜਦ ਇਹ ਗੱਲ ਜਿਹੜੀ ਸੀਗੀ ਉਹਨਾਂ ਨੇ ਬਾਬਾ ਨੰਸੋ ਹੋਣਾ ਨਾਲ ਸਾਂਝੀ ਕੀਤੀ ਹਜ਼ੂਰੀਆ ਸਿੰਘ ਨੇ, ਬਾਬਾ ਜੀ ਬੜੇ ਖੁਸ਼ ਹੋਏ, ਕਿਉਂਕਿ ਇਹ ਜਿਹੜੇ ਭੋਲੇ ਭਾਲੇ ਗੁਰਸਿੱਖ ਹੁੰਦੇ ਆ ਇਹ ਅੰਦਰੋਂ ਵੀ ਜਿਹੜੇ ਹੈਗੇ ਆ ਉਹ ਸੱਚੇ ਹੁੰਦੇ ਆ ਅਤੇ ਮੁੱਖ ਦੇ ਵੀ ਇਹਨਾਂ ਦੇ ਅੰਦਰ ਨਾ ਸੱਚ ਵਸਿਆ ਹੁੰਦਾ। ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਚੱਲ ਕੋਈ ਗੱਲ ਨਹੀਂ, ਸਾਨੂੰ ਇਹ ਤੇਰੀ ਮੁਹਾਰਨੀ ਜਿਹੜੀ ਹੈ ਨਾ, ਜਿਹੜੀ ਤੂੰ ਥੋੜ੍ਹੀ ਬਹੁਤੀ ਜਾਣਦਾ ਹੈਗਾ, ਸਾਨੂੰ ਬੜੀ ਪਿਆਰੀ ਲੱਗਦੀ ਆ। ਚੱਲ ਤੂੰ ਇੱਦਾਂ ਕਰਿਆ ਕਰ ਹੈ ਨਾ, ਸਾਨੂੰ ਹੈ ਨਾ ਸੁਖਮਨੀ ਸਾਹਿਬ ਦਾ ਪਾਠ ਸੁਣਾ। ਜਦ ਇੰਨੀ ਗੱਲ ਹੋਈ, ਦੇਖੋ ਹਜ਼ੂਰੀਆ ਸਿੰਘ ਨੇ ਨਾ ਫਿਰ ਗੁਟਕੇ ਸਾਹਿਬ ਤੋਂ ਬਾਬਾ ਜੀ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ। ਸੋ ਉਹ ਇਸ ਤਰ੍ਹਾਂ ਜਿਹੜਾ ਉਹ ਪਾਠ ਇਸ ਤਰ੍ਹਾਂ ਪ੍ਰਤੀਤ ਹੋਵੇ ਵੀ ਜਿਹਨੇ ਬੜਾ ਪੁਰਾਣਾ ਹੈ ਨਾ ਉਹ ਗ੍ਰੰਥੀ ਸਿੰਘ ਹੋਵੇ, ਬੜਾ ਸ਼ੁੱਧ ਪਾਠ ਉਹ ਸਿੰਘ ਨੇ ਬਾਬਾ ਜੀ ਨੂੰ ਸੁਣਾਇਆ। ਬਾਬਾ ਜੀ ਬੜੇ ਪ੍ਰਸੰਨ ਹੋਏ। ਸੋ ਇਸ ਤਰ੍ਹਾਂ ਹੈ ਨਾ ਫਿਰ ਉਹ ਰੋਜ਼ ਹੀ ਜਿਹੜੇ ਸੀ ਉਹ ਬਾਬਾ ਜੀ ਨੂੰ ਪਾਠ ਸੁਣਾਇਆ ਕਰੇ ਅਤੇ ਬਾਬਾ ਜੀ ਉਹਦਾ ਪਾਠ ਸੁਣਨਾ। ਇੱਕ ਦਿਨ ਇਸ ਤਰ੍ਹਾਂ ਜਦ ਕੁਛ ਸਮਾਂ ਲੰਘਿਆ, ਬਾਬਾ ਜੀ ਕਹਿਣ ਲੱਗੇ, ਕਹਿੰਦੇ ਹਜ਼ੂਰੀਆ ਸਿੰਘ ਵੀ ਤੂੰ ਆਉਂਦਾ ਸਾਨੂੰ ਪਾਠ ਸੁਣਾਉਂਦਾ ਹੈਗਾ ਅਤੇ ਪ੍ਰਸ਼ਾਦਾ ਕਿੱਥੋਂ ਛਕਦਾ? ਉਹ ਹਜ਼ੂਰੀਆ ਕਹਿਣ ਲੱਗੇ, ਜੀ ਮੈਂ ਪ੍ਰਸ਼ਾਦਾ ਤਾਂ ਲੰਗਰ ਤੋਂ ਹੀ ਛਕਦਾ। ਅਤੇ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇੱਕ ਸੁਖਮਨੀ ਸਾਹਿਬ ਦੇ ਪਾਠ ਦਾ ਜਿਹੜਾ ਫਲ ਹੈਗਾ ਉਹ ਤਾਂ ਤੂੰ ਲੰਗਰ ਦੇ ਵਿੱਚ ਹੀ ਜਿਹੜਾ ਹੈਗਾ ਉਹ ਖ਼ਤਮ ਕਰ ਦਿੰਦਾ ਹੈਗਾ। ਇਸ ਕਰਕੇ ਇੱਕ ਨਹੀਂ ਤੂੰ ਸਾਨੂੰ ਨਾ ਹੁਣ ਰੋਜ਼ 5 ਪਾਠ ਸੁਖਮਨੀ ਸਾਹਿਬ ਦੇ ਸੁਣਾਇਆ ਕਰ। ਇੰਨੀ ਗੱਲ ਹੋਈ ਤਾਂ ਉਹ ਹਜ਼ੂਰੀਆ ਸਿੰਘ ਕਹਿੰਦਾ, ਜੀ 7 ਵਚਨ। ਉਹਨੇ ਕੀ ਕੀਤਾ, ਬਾਬਾ ਜੀ ਨੇ ਰੋਜ਼ 5 ਪਾਠ ਧੰਨ ਸ੍ਰੀ ਸੁਖਮਨੀ ਸਾਹਿਬ ਦੇ ਸੁਣਾਉਣੇ ਸ਼ੁਰੂ ਕਰ ਦਿੱਤੇ। ਅਤੇ ਬਾਬਾ ਜੀ ਨੂੰ ਜਦੋਂ ਸੁਣਾਉਣ ਤਾਂ ਬਾਬਾ ਜੀ ਬੜੇ ਆਨੰਦ ਨਾਲ ਸੁਣਨ। ਇਸ ਤਰ੍ਹਾਂ ਕੁਛ ਸਮਾਂ ਬੀਤਿਆ ਅਤੇ ਗਰਮੀਆਂ ਜਿਹੜੀਆਂ ਸੀ ਜਦੋਂ ਵਧੀਆ, ਅਤੇ ਬਾਬਾ ਜੀ ਫਿਰ ਇੱਕ ਦਿਨ ਹਜ਼ੂਰੀ ਨੂੰ ਫੇਰ ਕਹਿਣ ਲੱਗੇ, ਕਹਿੰਦੇ ਭਾਈ ਗੱਲ ਇੱਕ ਹੈਗੀ ਆ ਕਿ ਤੂੰ ਸਾਨੂੰ ਬਾਣੀ ਪਾਠ ਸੁਣਾਉਂਦਾ ਸੀ, ਸੁਣਦੇ ਹਾਂ, ਪਰ ਜਦੋਂ ਤੇ ਤੋਂ ਪਾਠ ਸੁਣਦੇ ਸਾਨੂੰ ਅੱਖਾਂ ਮੀਟੀ ਕੇ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਨਾ ਪੈਂਦਾ ਹੈਗਾ। ਇਸ ਕਰਕੇ ਸਾਡਾ ਹੁਣ ਵਿਚਾਰ ਹੈਗਾ ਕਿ ਤੂੰ ਹੈ ਨਾ ਪਾਠ ਇੱਥੇ ਨਾ ਬੈਠ ਕੇ ਸੁਣਾਇਆ ਕਰ। ਆ ਜਿਹੜੀ ਹੈ ਨਾ ਖਿੜਕੀ ਹੈਗੀ ਆ ਕੁਟੀਆ ਦੀ, ਇਸ ਕੁਟੀਆ ਦੀ ਖਿੜਕੀ ਦੇ ਵਿੱਚ ਹੈ ਨਾ ਬੈਠ ਕੇ ਜਿਹੜੇ ਇਹ ਸਾਨੂੰ ਪਾਠ ਸੁਣਾਇਆ ਕਰ, ਤਾਂ ਜੋ ਹੈ ਨਾ ਸਾਡਾ ਧਿਆਨ ਤੇਰੇ ਵਿੱਚ ਨਾ ਜਾਵੇ। ਸੋ ਬਾਬਾ ਜੀ ਨੇ ਉਸ ਹਜ਼ੂਰੀ ਸਿੰਘ ਨੂੰ ਜਦ ਇਸ ਤਰ੍ਹਾਂ ਕਿਹਾ, ਉਹਨੇ ਉਸੇ ਤਰ੍ਹਾਂ ਫਿਰ ਪਾਠ ਸੁਣਾਉਣੇ ਸ਼ੁਰੂ ਕਰ ਦਿੱਤੇ। ਜਦ ਪਾਠ ਸੁਣਾਉਣੇ ਸ਼ੁਰੂ ਕਰ ਦਿੱਤੇ, ਬਾਬਾ ਜੀ ਅੰਦਰ ਟਹਿਲਿਆ ਕਰਨ, ਉਹ 5 ਪਾਠ ਧੰਨ ਸ੍ਰੀ ਸੁਖਮਨੀ ਸਾਹਿਬ ਦੇ ਸੁਣਾਇਆ ਕਰੇ। ਅਤੇ ਇੱਕ ਦਿਨ ਗਰਮੀ ਬੜੀ, ਜਦ ਗਰਮੀ ਬੜੀ ਆ ਤਾਂ ਉਸ ਗਰਮੀ ਵਿੱਚ ਹੈ ਨਾ ਜੇ ਉਹ ਪਾਠ ਤਾਂ ਸੁਣਾਵੇ, ਪਰ ਗਰਮੀ ਉਹਨੂੰ ਬੜਾ ਤੰਗ ਕਰੇ। ਜਦ ਗਰਮੀ ਤੰਗ ਕਰੇ, ਉਹ ਜਿਹੜਾ ਹਜ਼ੂਰੀਆ ਸਿੰਘ ਸੀ ਉਹ ਗਰਮੀ ਨਾਲ ਮੁੜਕੀ ਹੋ ਗਿਆ। ਫਿਰ ਉਹਦਾ ਮਨ ਦੇ ਵਿੱਚ ਇਹ ਵਿਚਾਰ ਆਈ ਪਾਠ ਕਰਦਿਆਂ ਕਿ ਜੇ ਮੈਂ ਥੋੜ੍ਹਾ ਜਿਹਾ ਹੈ ਨਾ ਉੱਠ ਕੇ ਆ ਜਿਹੜੇ ਨਾਲ ਪਿੱਛੇ ਦਰੱਖਤ ਹੈਗੇ ਇੱਥੇ ਜਾ ਕੇ ਬਾਬਾ ਜੀ ਨੂੰ ਉੱਚੀ ਪਾਠ ਸੁਣਾਵਾਂ ਅਤੇ ਫਿਰ ਮੈਂ ਗਰਮੀ ਤੋਂ ਬਚਿਆ ਰਹੂੰਗਾ। ਪਰ ਫਿਰ ਮੇਰੇ ਮਨ 'ਚ ਵਿਚਾਰ ਆਈ ਉਹ ਵਿਚਾਰ ਇਹ ਸੀਗੀ ਵੀ ਜੇ ਮੈਂ ਉੱਥੇ ਦਰੱਖਤਾਂ ਦੇ ਕੋਲ ਜਾ ਕੇ ਖੜ੍ਹ ਕੇ ਉੱਚੀ ਪਾਠ ਸੁਣਾਇਆ ਤਾਂ ਹੋ ਸਕਦਾ ਬਾਬਾ ਜੀ ਤੱਕ ਆਵਾਜ਼ ਨਾ ਪਹੁੰਚੇ, ਕਿਉਂਕਿ ਬਾਬਾ ਜੀ ਤਾਂ ਜਿਹੜੇ ਹੈਗੇ ਆ ਉਹ ਅੰਦਰ ਮੇਰਾ ਪਾਠ ਸੁਣਦੇ ਸਮੇਂ ਟਹਿਲਦੇ ਰਹਿੰਦੇ ਆ। ਇਹ ਸੋਚ ਕੇ ਉਹਨੇ ਇੱਕ ਜੁਗਤ ਜਿਹੜੀ ਸੀ ਉਹ ਮਨ ਵਿੱਚ ਜਿਹੜੀ ਸੀ ਉਹਦੇ ਪੈਦਾ ਹੋ ਗਈ। ਉਹਨੇ ਕੀਤਾ ਇੱਕ ਕੱਪੜਾ ਲੈ ਲਿਆ, ਕੱਪੜਾ ਜਿਹੜਾ ਸੀਗਾ ਉਹ ਜਿਹੜਾ ਸੀ ਉਹਦੀ ਛਾਂ ਕਰ ਲਈ।
ਜਦ ਛਾਂ ਕਰਨ ਲਈ ਤਾਕੀ ਤੇ ਉਹ ਛਾਂ ਦੇ ਥੱਲੇ ਹੈ ਨਾ ਬੈਠ ਕੇ ਬਾਬਾ ਜੀ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਲੱਗ ਪਿਆ। ਕੁਦਰਤੀ ਤੁਹਾਨੂੰ ਪਤਾ ਹੀ ਆ ਮਹਾਂਪੁਰਖਾਂ ਦੀ ਨਜ਼ਰ ਤਾਂ ਹਾਂਜੀ। ਤਾਂ ਫਿਰ ਕਹਿੰਦੇ ਬਾਬਾ ਜੀ ਜਿਹੜੇ ਸੀਗੇ ਉਸ ਤਰ੍ਹਾਂ ਉਹਦੇ ਪਾਠ ਸੁਣਾਉਂਦੇ ਨੇ, ਬਾਬਾ ਜੀ ਉਹਦੇ ਕੋਲ ਪਹੁੰਚੇ। ਬਾਬਾ ਜੀ ਨੇ ਆਪਣੀ ਜਿਹੜੀ ਨਾ ਸੋਟੀ ਦੇ ਨਾਲ ਉਹਦਾ ਜਿਹੜਾ ਕੱਪੜਾ ਸੀਗਾ ਉਹ ਸਿਰ ਤੋਂ ਜਿਹਦੀ ਉਹਨੇ ਛਾਂ ਕੀਤੀ ਲਾ ਕੇ ਇੱਕ ਪਾਸੇ ਕਰ ਦਿੱਤਾ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਗੱਲ ਸੁਣ ਲਾ, ਅਗਰ ਤੂੰ ਸਾਡੇ ਕੋਲ ਆ ਕੇ ਸੇਵਾ ਕਰਨੀ ਹੈ ਨਾ ਤਾਂ ਫਿਰ ਤੈਨੂੰ ਦੁੱਖ ਸੁੱਖ ਜਿਹੜੇ ਹੈ ਨਾ ਉਹ ਇੱਕ ਸਮਾਨ ਸਮਝ ਕੇ ਕਰਨੀ ਪੈਣੀ ਹੈ। ਗਰਮੀ ਸਰਦੀ ਧੁੱਪ ਛਾਂ ਇਹਦੀ ਤੈਨੂੰ ਪਰਵਾਹ ਕੀਤੇ ਬਗੈਰ ਹੈ ਨਾ ਇਹ ਤੈਨੂੰ ਸਾਰਾ ਸੇਵਾ ਕਰਨੀ ਪੈਣੀ ਆ। ਅਗਰ ਤੂੰ ਇਸ ਤਰ੍ਹਾਂ ਨਹੀਂ ਕਰਦਾ ਫਿਰ ਭਾਈ ਤੇਰੀ ਮਰਜ਼ੀ ਹੈਗੀ ਆ, ਕਿਉਂਕਿ ਸਾਨੂੰ ਉਹ ਸਿੰਘ ਨਹੀਂ ਚਾਹੀਦੇ ਹੈਗੇ ਜਿਹੜੇ ਆਪਣੀ ਜਿਹੜੀ ਮਰਜ਼ੀ ਕਰਨ। ਜਦ ਬਾਬਾ ਜੀ ਨੇ ਇਸ ਤਰ੍ਹਾਂ ਨਾ ਕੁਛ ਤਾੜਨੇ ਭਾਣੇ ਬਚਨ ਜਿਹੜੇ ਸੀਗੇ ਉਹ ਸਿੰਘ ਦੇ ਨਾਲ ਕੀਤੇ ਹਜ਼ੂਰੀਏ ਨਾਲ। ਉਹਨੇ ਹੈ ਨਾ ਬਾਬਾ ਜੀ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖ ਮੈਂ ਭੁੱਲ ਗਿਆ, ਤੁਸੀਂ ਕਿਰਪਾ ਕਰੋ। ਗੱਲ ਕੀ ਆ, ਉਹ ਹਜ਼ੂਰੀਆ ਸਿੰਘ ਜਿਹੜੇ ਸੀ ਨਾ ਭਰ ਗਰਮੀ ਵਿੱਚ ਜਿਸ ਤਰ੍ਹਾਂ ਸੀਗਾ ਧੁੱਪ ਦੇ ਵਿੱਚ ਜਦ ਉਹ ਬਾਬਾ ਜੀ ਨੂੰ ਪਾਠ ਸੁਣਾਉਂਦਾ ਹੁੰਦਾ ਸੀਗਾ, ਉਹਨੇ ਉੱਥੇ ਹੀ ਹੈ ਨਾ ਬੈਠੇ ਨੇ ਜਾਂ ਖੜ੍ਹਿਆਂ ਸਾਰੀ ਹੈ ਨਾ ਬਾਬਾ ਜੀ ਨੇ ਜਿਹੜੇ ਸੀ ਬੜੀ ਰੂਹ ਨਾਲ ਪਾਠ ਸੁਣਾਉਣਾ। ਜਦ ਪਾਠ ਸੁਣਾਉਣਾ ਤਾਂ ਉਹਦਾ ਪਾਠ ਸੁਣਦੇ ਸਾਰੀ ਹੈ ਨਾ ਬਾਬਾ ਨਾਨਕ ਸਿੰਘ ਅੰਦਰ ਜੀ ਟਹਿਲਦੇ ਹੁੰਦੇ ਸੀ। ਪਰ ਬਾਬਾ ਜੀ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਹਜ਼ੂਰੀਆ ਸਿੰਘ ਆ ਹੈ ਨਾ ਇਹ ਆਪਣੇ ਜੋ ਕੌਲ ਕਰਾਰ ਬਚਨ ਹੈਗੇ ਗੁਰਸਿੱਖੀ ਦੇ ਉਹਦੇ 'ਤੇ ਹੁਣ ਪੂਰਾ ਤੁੱਲ ਗਿਆ। ਤਾਂ ਬਾਬਾ ਜੀ ਪਾਠ ਵੀ ਸੁਣਿਆ ਕਰਨ ਅਤੇ ਅੰਦਰ ਨਾ ਉਹਦਾ ਪਾਠ ਕਰਦਿਆਂ ਦੇਖ ਕੇ ਬਹੁਤ ਪ੍ਰਸੰਨ ਹੋਣ। ਸੋ ਫਿਰ ਹੈ ਨਾ ਬਾਬਾ ਜੀ ਨੇ ਇੱਕ ਦਿਨ ਭਰੇ ਦੀਵਾਨ ਵਿੱਚ ਇਸ ਹਜ਼ੂਰੀਆ ਸਿੰਘ ਦੀ ਜਿਹੜੀ ਹੈ ਨਾ ਭਰੇ ਦੀਵਾਨ 'ਚ ਸੰਗਤਾਂ 'ਚ ਤਾਰੀਫ ਕੀਤੀ ਅਤੇ ਨਾਲੇ ਇਹ ਵੀ ਆਖਿਆ ਕਿ ਅਗਰ ਕੋਈ ਸੇਵਾ ਕਰਨੀ ਹੋਵੇ ਹੈ ਨਾ ਤਾਂ ਇਹੋ ਜਿਹੇ ਸਿੰਘ ਵਰਗੀ ਸੇਵਾ ਕਰਨੀ ਚਾਹੀਦੀ ਆ। ਦੇਖੋ ਬਾਬਾ ਜੀ ਨੇ ਉਹਦੀ ਸਿਫਤ ਕਰਦਿਆਂ ਕਿਹਾ ਹੈਗਾ ਕਿ ਦੇਖੋ ਕਿੰਨੇ ਨੇਮ ਦੇ ਨਾਲ ਸਾਨੂੰ ਧੰਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੁਣਾਉਂਦਾ। ਅਸੀਂ ਕਈ ਵਾਰੀ ਇਹਨੂੰ ਤਾਣ ਨਾ ਕੀਤੀ ਪਰ ਫਿਰ ਵੀ ਹੱਥ ਜੋੜ ਕੇ ਬੇਨਤੀ ਕਰ ਦਿੰਦਾ ਕਿ ਮੈਂ ਮਹਾਂਪੁਰਖੋਂ ਮੈਂ ਭੁੱਲ ਗਿਆ ਹੈਗਾ, ਪਰ ਫਿਰ ਵੀ ਜਿਹੜਾ ਹੈ ਨਾ ਡਟਿਆ ਰਹਿੰਦਾ। ਫਿਰ ਬਾਬਾ ਜੀ ਨੇ ਸਾਰੀ ਸੰਗਤ 'ਚ ਇਹ ਕਿਹਾ ਸੀ ਕਿ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣ। ਕਹਿੰਦੇ ਵੀ ਮੁਰਦਾ ਹੋਣਾ ਚਾਹੀਦਾ ਹੈਗਾ ਜਿਹੜਾ ਆਪਣੇ ਆਪ ਨੂੰ ਮਰਜੀਵੜਾ ਜਿਹੜਾ ਹੈ ਨਾ ਉਹ ਸਾਬਤ ਕਰ ਸਕੇ। ਸੋ ਇਸ ਤਰ੍ਹਾਂ ਬਚਨ ਕਰਦਿਆਂ ਫਿਰ ਬਾਬਾ ਜੀ ਨੇ ਆਖਿਆ ਸੀਗਾ ਇਹੋ ਜਿਹਾ ਜਿਹੜਾ ਮੁਰਦਾ ਹੋਵੇ ਨਾ ਮੁਰਦਾ ਹੋਏ ਮਰੀਦ ਸੋ ਗੁਰ ਗੋਰ ਸਮਾਵੇ। ਕਹਿੰਦੇ ਉਹੀ ਹੀ ਮੁਰਦਾ ਜਿਹੜਾ ਹੈ ਨਾ ਉਹ ਗੁਰੂ ਗੋਰ ਕਬਰ ਦੇ ਵਿੱਚ ਸਮਾ ਸਕਦਾ, ਭਾਵ ਕਿ ਜਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ, ਆਪਣਾ ਲੋਕ ਸਹੇਲਾ ਕਰ ਸਕਦਾ ਅਤੇ ਪੂਰੀ ਜਿਹੜੀ ਦੁਨੀਆ ਹੈਗੀ ਆ ਉਸ ਨੂੰ ਤਾਰਨ ਦੇ ਸਮਰੱਥ ਹੋ ਸਕਦਾ ਹੈਗਾ। ਸੋ ਇਹ ਬਚਨ ਜਦ ਬਾਬਾ ਜੀ ਨੇ ਜਿਹੜੇ ਸੰਗਤ 'ਚ ਸੁਣਾਏ ਸੀਗੇ ਫਿਰ ਉਸ ਗੁਰਸਿੱਖ ਦੀ ਜਿਹੜੀ ਮਹਿਮਾ ਸੀਗੀ ਉਹ ਬਹੁਤ ਵਧਣ ਲੱਗ ਪਈ ਸੀ, ਕਿਉਂਕਿ ਸਾਰੇ ਹੈ ਨਾ ਜਿਹੜੇ ਪ੍ਰੇਮੀ ਸੀ ਉਹਨਾਂ ਨੂੰ ਸੰਤ ਰੂਪ ਕਰਕੇ ਉਹਨਾਂ ਦਾ ਸਤਿਕਾਰ ਕਰਨ ਲੱਗ ਪਏ ਸੀਗੇ। ਸੋ ਦਾਸ ਇੰਨੇ ਹੀ ਹੈ ਨਾ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।